ਧੰਨ ਵਾਹਿਗੁਰੂ ਸਾਹਿਬ ਜੀਓ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹੀ ਨਾਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਾ ਸੁਭਾਅ ਹੈ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਅੱਜ ਵੀ ਸਾਡੀ ਸ਼ਖਸੀਅਤ ਨੂੰ ਸ਼ਿੰਗਾਰਨ ਵਾਸਤੇ ਸਤਿਗੁਰੂ ਨੇ ਰੱਬੀ ਗੁਣਾਂ ਦੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤ ਬਚਨ ਵਿੱਚ ਬਹੁਤ ਗਹਿਰੀ ਬਾਤ ਸਾਨੂੰ ਸਮਝਾਈ ਹੈ। ਇੱਕ ਤੇ ਬਾਹਰਲੀ ਸ਼ਕਲ ਹੈ ਮਨੁੱਖ ਦੇ ਜੀਵਨ ਦੀ, ਇੱਕ ਅੰਦਰੂਨੀ ਤਸਵੀਰ ਹੈ। ਬਾਹਰਲੀ ਤਸਵੀਰ ਤੇ ਮਨੁੱਖ ਕਈ ਤਰ੍ਹਾਂ ਆਪਣੇ ਆਪ ਦੀ ਸੋਹਣੀ ਬਣਾ ਲੈਂਦਾ ਹੈ, ਪਰ ਮੁੱਲ ਅਸਲੀ ਤਸਵੀਰ ਅੰਦਰ ਦਾ ਪੈਂਦਾ ਹੈ। ਅੰਦਰੋਂ ਕਿਹੋ ਜਿਹਾ ਹੈ? ਬਾਹਰਲੀ ਤਸਵੀਰ ਦੇ ਨਾਲ ਨਾਲ ਮਨੁੱਖ ਆਪਣੀ ਸ਼ਖਸੀਅਤ ਨੂੰ ਵੀ ਸ਼ਿੰਗਾਰ ਲਵੇ। ਇਸ ਲਈ ਸਾਹਿਬ ਸਾਨੂੰ ਬੜੀਆਂ ਕੀਮਤੀ ਬਾਤਾਂ ਸਮਝਾਉਂਦੇ ਨੇ। ਸਤਿਗੁਰੂ ਨੇ ਕਿਰਪਾ ਕੀਤੀ, ਮਨੁੱਖ ਦਾ ਮਨ ਜਿਸ ਵੀ ਪ੍ਰਭਾਵ ਥੱਲੇ ਜਿਉਂਦਾ ਹੈ, ਉਸ ਪ੍ਰਭਾਵ ਨੂੰ ਕਬੂਲ ਕਰਕੇ ਉਹ ਜਿਹਾ ਹੀ ਬਣ ਜਾਂਦਾ ਹੈ। ਇਹਦਾ ਸੁਭਾਅ ਮਾਨਸਿਕ ਪੱਧਰ ਤੇ ਉਹ ਜਿਹਾ ਬਣ ਜਾਂਦਾ ਹੈ। ਸੰਗਤ ਦਾ ਮਨੁੱਖ ਦੇ ਉੱਤੇ ਬਹੁਤ ਗੰਭੀਰ ਅਸਰ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਿਹਦਾ ਮਨ 24 ਘੰਟੇ ਮਾਇਆ ਦੀ ਚਿਤਵਨੀ ਵਿੱਚ ਰਹਿੰਦਾ ਹੈ, ਜਿਹਦਾ ਮਨ ਹਰ ਵਕਤ ਹੀ ਮਾਇਆ ਦੇ ਪ੍ਰਭਾਵ ਥੱਲੇ ਜਿਉਂਦਾ ਹੈ, ਸੱਚ ਕਰਕੇ ਜਾਣਿਓ ਉਹਦੇ ਅੰਦਰ ਵਿਕਾਰਾਂ ਦੇ ਦਾਗ ਲੱਗ ਜਾਂਦੇ ਨੇ। ਉਹਨੂੰ ਦੇਖਣ ਨੂੰ ਫਿਰ ਜੀਅ ਨਹੀਂ ਕਰਦਾ। ਗੁਰਬਾਣੀ ਦਾ ਇੱਕ ਬਚਨ ਹੈ, ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਇੱਥੇ ਦੁੱਖ ਘਨੇਰੀਆਂ, ਅੱਗੇ ਠੌਰ ਨਾ ਠਾਉ। ਮਨੁੱਖ ਦਾ ਮਨ 24 ਘੰਟੇ ਇਸ ਚਿੰਤਨ ਵਿੱਚ ਰਹਿੰਦਾ ਹੈ, ਤੇ ਸਾਹਿਬ ਕਹਿੰਦੇ ਸੱਚ ਕਰਕੇ ਜਾਣਿਓ ਉਹਦੇ ਅੰਦਰਲੀ ਤਸਵੀਰ ਕਿਹੋ ਜਿਹੀ ਹੈ। ਡਰ ਲੱਗਦਾ ਉਹਦੇ ਕੋਲ ਬੈਠਿਆ, ਹਕੀਕਤ ਤੋਂ ਦੂਰ ਹੈ। ਇੱਕ ਸ਼ਬਦ ਹੋਰ ਧਿਆਨ ਨਾਲ ਸੁਣਿਓ, ਬਿਨਾਂ ਰੱਬੀ ਗੁਣਾਂ ਤੋਂ ਟੁੱਟ ਕੇ ਜੀਵਨ ਗੁਜ਼ਾਰਨ ਵਾਲਾ, ਰੱਬ ਦੇ ਰੱਬੀ ਗੁਣਾਂ ਨਾਲੋਂ ਸਾਂਝ ਤੋੜ ਕੇ ਜੀਵਨ ਗੁਜ਼ਾਰਨ ਵਾਲਾ, ਬਿਨ ਸਿਮਰਨ ਜੋ ਜੀਵਨ ਬਲਣਾ, सर्प जैसे अरजारी। नभ खंडन को राज कमावे, अंत चले गुहारी।
ਹੁਣ ਸੱਪ ਤੇ ਇਹੋ ਜਿਹਾ ਡਰਾਉਣਾ ਹੈ ਜਿਹੜੇ ਖੁਦ ਰੱਬ ਦੀ ਸੱਪ ਦੀ ਪੂਜਾ ਵੀ ਕਰਦੇ ਨੇ, ਜੇ ਉਹਨਾਂ ਕੋਲ ਵੀ ਸੱਪ ਆ ਜਾਏ ਤੇ ਉਹ ਵੀ ਡਰ ਜਾਂਦੇ ਨੇ। ਸਾਹਿਬ ਕਹਿੰਦੇ ਵੀ ਜੇ ਰੱਬੀ ਗੁਣਾਂ ਤੋਂ ਸਿੱਖਣਾ ਹੈ ਨਾ, ਤਾਂ ਤੇਰੀ ਤਸਵੀਰ ਇੱਕ ਸੱਪ ਵਰਗੀ ਹੋਏ ਜਿਹਨੂੰ ਦੇਖਦਿਆਂ ਸਾਰ ਤਰਾ ਨਿਕਲ ਜਾਂਦਾ ਹੈ, ਕਿ ਬਹੁਤਾ ਵਧੀਆ ਨਹੀਂ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲਬਲ ਅਵਤਰੈ। ਆ ਤੇਰੀ ਸੱਪ ਵਰਗੀ ਜੂਨ ਹੈ, ਕੋਈ ਬਹੁਤੀ ਵਧੀਆ ਨਹੀਂ ਹੈ। ਜੇ ਮਨ ਮਾਇਆ ਦੇ ਵਿੱਚ ਹੀ ਦਿਨ ਰਾਤ ਚਿੰਤਨ ਵਿੱਚ ਲੱਗਾ ਹੋਇਆ, ਜੇ ਉਹ ਰੱਬੀ ਗੁਣਾਂ ਨਾਲ ਜੁੜ ਜਾਏ, ਇਹੀ ਮਨ ਏਡਾ ਸੋਹਣਾ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਉਹਦਾ ਰੱਬ ਦਾ ਰੂਪ ਬਣ ਸਕਦਾ। ਜੇ ਰੱਬ ਨਾਲ ਜੁੜ ਗਿਆ ਤਾਂ ਏਡਾ ਸੋਹਣਾ ਵੀ ਹੋ ਸਕਦਾ। ਹਜ਼ੂਰ ਆਖਦੇ ਨੇ, ਆਸਾ ਕੀ ਵਾਰ ਵਿੱਚ ਇੱਕ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਪੜ੍ਹਦੇ ਹੋ, ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਨ੍ਹਾਂ ਗੁਰਬਾਣੀ ਮਨ ਭਾਈਆ, ਅੰਮ੍ਰਿਤ ਛਕ ਛਕੇ। ਗੁਰੂ ਤੇ ਅੰਮ੍ਰਿਤ ਦੀ ਵਰਖਾ ਕਰਦਾ ਹੈ, ਛਿੜਕਦਾ ਸਾਰਿਆਂ ਤੇ ਅੰਮ੍ਰਿਤ। ਪਰ ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਲੈ ਲੈਂਦੇ ਨੇ। ਗੁਰ ਤੁਠੈ ਹਰ ਪਾਇਆ, ਚੁੱਕੇ ਤੱਕ ਤੱਕੇ। ਹਰ ਜਨ ਹਰ ਹਰ ਹੋਇਆ, ਆ ਤਸਵੀਰ ਹੈ ਉਹਨਾਂ ਦੀ, ਰੱਬ ਵਰਗੀ ਬਣ ਗਏ। ਹਰ ਜਨ ਹਰ ਹਰ ਹੋਇਆ, ਨਾਨਕ ਹਰ ਇੱਕੇ। ਉਹਦੇ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਉਹ ਇੱਕ ਮਿੱਕ ਹੋ ਜਾਂਦੇ ਨੇ। ਜੋ ਰੱਬੀ ਗੁਣ ਰੱਬ ਵਿੱਚ ਨੇ, ਉਹੀ ਰੱਬੀ ਗੁਣ ਉਸ ਮਨੁੱਖ ਵਿੱਚ ਆ ਜਾਂਦੇ ਨੇ। ਕਿੱਡਾ ਸੋਹਣਾ ਹੋਵੇਗਾ, ਤੁਸੀਂ ਦੇਖੋ, ਜਿਨ੍ਹਾਂ ਨੇ ਧਾਰਨ ਕੀਤੇ। ਇੱਕ ਬਚਨ ਹੋਰ ਧਿਆਨ ਨਾਲ ਸੁਣਿਓ। ਸਾਹਿਬ ਆਖਦੇ ਨੇ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜਿਨ੍ਹਾਂ ਨੇ ਹਰੀ ਨੂੰ ਜਪਿਆ, ਉਹ ਹਰੀ ਦਾ ਰੂਪ ਬਣ ਗਏ। ਕਲੋਲਾਂ ਕਰਨ ਵਾਲਾ ਪਰਮੇਸ਼ਰ ਉਹਨਾਂ ਨੂੰ ਪ੍ਰਾਪਤ ਹੋ ਗਿਆ। ਜਾਂ ਇੱਕ ਬਚਨ ਹੋਰ ਅਰਬੀ ਬਾਣੀ ਵਿੱਚ, ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਿਆ। ਸਤਿਗੁਰੂ ਮੈਨੂੰ ਦੱਸੋ, ਅੱਜ ਕੱਲ੍ਹ ਮਨੁੱਖ ਬਾਣੀ ਦਾ ਆਸਰਾ ਲੈ ਲੈਂਦਾ ਹੈ, ਲਿਬਾਸ ਦਾ, ਪਹਿਰਾਵੇ ਦਾ ਸਹਾਰਾ ਲੈ ਲੈਂਦਾ ਹੈ, ਤੇ ਸਤਿਗੁਰੂ ਮੈਨੂੰ ਪਹਿਚਾਣ ਨਹੀਂ ਆਉਂਦੀ। ਬਹੁਤ ਵਾਰੀ ਮੈਂ ਲਿਬਾਸ ਤੱਕ ਹੀ ਰੁਕਿਆ ਰਹਿ ਜਾਂਦਾ। ਮੈਨੂੰ ਤੁਸੀਂ ਦੱਸੋ ਵੀ ਜਿਨ੍ਹਾਂ ਨੂੰ ਨਾਮ ਨਹੀਂ ਕਦੇ ਭੁੱਲਦਾ, ਰੱਬੀ ਗੁਣਾਂ ਨਾਲੋਂ ਜਿਹੜੀ ਕਦੇ ਸਾਂਝ ਨਹੀਂ ਤੋੜਦੇ, ਤੇ ਉਹ ਲੋਕ ਕਿਹੋ ਜਿਹੇ ਹੁੰਦੇ ਨੇ। ਸਾਹਿਬ ਕਹਿੰਦੇ ਵੀ ਇਸ ਗੱਲ 'ਚ ਭੁੱਲ ਕੇ ਵੀ ਸ਼ੱਕ ਨਾ ਕਰੀ, ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਿਆ, ਭੇਤ ਨਾ ਜਾਣੋ ਮੂਲ ਸਾਈਂ ਜਿਹਾ। ਉਹ ਰੱਬ ਵਰਗੇ ਹੀ ਨੇ, ਪਰਮੇਸ਼ਰ ਵਰਗੇ ਹੀ ਨੇ, ਨਿਰੰਕਾਰ ਦਾ ਹੀ ਰੂਪ ਨੇ। ਉਹਨਾਂ ਕੋਲ ਡਰ ਨਹੀਂ ਲੱਗਦਾ, ਉਹਨਾਂ ਕੋਲ ਭੈ ਨਹੀਂ ਆਉਂਦਾ, ਉਹਨਾਂ ਨਾਲ ਪਿਆਰ ਬਣ ਜਾਂਦਾ ਹੈ, ਪਰਮੇਸ਼ਰ ਦਾ ਹੀ ਰੂਪ ਬਣ ਜਾਂਦੇ ਨੇ। ਸਤਿਗੁਰੂ ਕਿਰਪਾ ਕਰਦੇ ਨੇ, ਜਿਹਦਾ ਮਨ ਹਰ ਵਕਤ ਕਿਸੇ ਮਾਇਆ ਵਿਕਾਰਾਂ ਦੀ ਦੁਨੀਆ ਵਿੱਚ ਜਿਉਂਦਾ ਹੈ, ਉਹ ਮਨੁੱਖ ਦੀ ਸੋਚ ਸਿਰਫ ਧੋਖਾ ਦੇਣ ਵਾਲੀ ਹੁੰਦੀ ਹੈ। ਉਹ ਮਨੁੱਖ ਦੀ ਸੋਚ ਆਪਣੇ ਸਵਾਰਥ ਦੀ ਪੂਰਤੀ ਵਾਸਤੇ ਹੀ ਹੁੰਦੀ ਹੈ, ਉਸ ਤੋਂ ਵਧੇਕ ਨਹੀਂ ਜਾ ਸਕਦੀ। ਕਿਉਂਕਿ ਖੁਦ ਹੀ ਵਿਕਾਰਾਂ ਦੀ ਦੁਨੀਆ 'ਚ, ਖੁਦ ਹੀ ਮਾਇਆ ਦੇ ਜਾਲ ਵਿੱਚ ਜਿਉ ਰਿਹਾ। ਮਾਇਆ ਦਾ ਅਰਥ ਇਕੱਲਾ ਧਨ ਨਾ ਕਰ ਲਿਓ। ਆਪਾਂ ਬਹੁਤ ਵਾਰੀ ਇਸ ਗੱਲ ਦੀ ਵਿਚਾਰ ਕਰ ਹੀ ਚੁੱਕੇ ਹੁੰਦੇ। ਕਿਸੇ ਵੀ ਤਰ੍ਹਾਂ ਦੀ ਰੱਬ ਤੋਂ ਦੂਰੀ ਪਾਉਣ ਵਾਲੀ ਕੋਈ ਵੀ ਵਿਚਾਰ ਹੈ, ਕੋਈ ਵੀ ਗੱਲ, ਉਹ ਮਾਇਆਧਾਰੀ ਵਾਲੀ ਹੋਈ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਲੋਕਾਂ ਦੀ ਲੜੀ ਵਿੱਚੋਂ ਇਹ ਸ਼ਲੋਕ ਬਖਸ਼ਿਸ਼ ਕੀਤਾ ਹੈ। ਇੱਕ ਇੱਕ ਸ਼ਬਦ ਦਾ ਰਸ ਪੀਣ ਦੀ ਕੋਸ਼ਿਸ਼ ਕਰਾਂਗੇ।
थोड़ा वक्त लगेगा। सह वाकते ने मन माया में रम रहे हो। दो तरह का जीवन है। एक माया दे विच, माया दे पसारे विच तन करके जिउना। ये गुरमत कहती है भी मनुख नूं तन करके माया दियां सारियां सुख सहूलतां होणियां चाहीदियां ने। उहदे कोल सब कुछ होवे। लोक माया दे छड्डण दी गल करदे ने। गुरु ने शुरुआत ही माया दे जीवन विच जिउण दी गल कीती है। शब्द आप बहुत बारी पढ़ने, मोती तां मंदर उसर है। किड्डी अमीरी होएगी उस बंदे दी। रतनी तां गोहे चढ़ाओ, कस्तूर कुंगू अगर चंदन, लीप आवे चाओ, मत देख भूला विसरै, तेरा चित ना आवे नाओ। मैनू हंकार इन्हां दा ना होवे, प्यार तेरे नाल होवे। हुण देखो किड्डी वधिया तस्वीर। तन करके जियो धन दौलत विच। धन दौलत की त्याग का किते भी जिक्र नहीं है। दो शब्द मैं होर कह के गल नूं अगे तोरांगा। एक हुंदा त्याग, एक हुंदा बैराग। लोकां ने सिर्फ त्याग सिखाया सी। घर नूं छड्ड दे, माँ बाप नूं छड्ड दे, घर वाली नूं छड्ड दे, बच्चिआं नूं छड्ड दे। गुरमत ने त्याग नहीं सिखाया, गुरमत ने बैराग सिखाया। रह सारियां दे विच पर चित मालक नाल जोड़ के रख। इस शब्द विच भी एक अमीरी का ही जिक्र है, हत दर्जे की अमीरी। नदियां होवे धेनवा, सुम होवे दुध घिओ, सगली धरती शक्कर होवे, खुशी करे नित जियो। पर्वत सोना रूपा होवे, हीरे लाल जड़ाओ, भी तू है सालाहना, आखन लह ना चाओ। अर्थ कर दिया थोड़े जे पकड़ विच आ जाए गल। नदियां होवे धेनवा, लोग घर दियां जरूरतां पूरियां करन वास्ते एक दो गावां मੱਝਾਂ रखते ने, पर कहते मैनू तो रब लोड़ इन्नी पूरी कर दे भी सारिया नदियां दुध दियां वगदियां होण, मैं जिथों मर्जी अपनी लोड़ पूरी कर ला। जितने चश्मे वगदे ने वो सारे जे सारे घिओ दे वगण लग पैण, इन्ना अमीर हो जा। नदियां होवे धेनवा, सुम होवे दुध घिओ, सगली धरती शक्कर होवे। जिन्नी धरती है ये सारे खाण पीण दे वन सबन्ने पदार्थ बन जाण। और मैनू भी रब एडी कृपा करे भी खा के कोई रोग ना लगदा होवे। खुशी करे नित जियो, खा के मैं खुश हुंदा होवां, आनंद माणदा होवां। पर्वत सोना रूपा होवे, मेरे को थोड़ा थोड़ा सोने के गहने नहीं, मेरे को सोने के पहाड़ होण। देखो किड्डी अमीरी की गल है। गुरमत बड़ी निवेकली सी, असीं समझ नहीं पाई। इन्ना सब कुछ मेरे कोल होवे। पर्वत सोना रूपा होवे, सोना समझते हो शब्द रूपा का अर्थ हुंदा चांदी। फिर इत्थे ही बस नहीं, हीरे लाल जड़ाओ, वो हीरे मोतियां नाल जड़े हुए। मनुख सोने ते भी विश्वास नहीं करता। सोने तो अगे सोने की मुदरी च कीमती हीरा जड़ना चाहता है। कहते हीरे भी जड़े होण, इन्ना अमीर होवां। पर जे कोई मेरी अंदरली तस्वीर वेखे ना, तो सतगुरु मैं अंदरली तस्वीर मायाधारी वाली नहीं रखना चाहता। अंदरली तस्वीर वो रखनी चाहना है। मैनू कोई अंदरों वेखे ते कवे गुरु गोबिंद सिंह तू सच कहा सी, खालसा मेरो रूप है खास, खालसे मैं हूं करो निवास, मेरे अंदरों गुरु लभदा होवे। ताई तां जदों कोई घर की मुहूर्त हुंदी है, असी गुरु नूं इसे लिए लैके जाने, सतगुरु मैं घर विच बसां पर घर मेरे च ना बसे, मेरे च तू बसदा होवे। जदों मैनू कोई अंदरों वेखे ते मैनू अंदरों मेरे गुरबाणी लभे, अंदरों गुरु ही लभे,
ਅੰਦਰਲੀ ਤਸਵੀਰ ਨਾ ਮਿਲੀ ਹੋਵੇ। ਇਹ ਮੇਰੇ ਤੇ ਕਿਰਪਾ ਕਰ, ਇਹ ਮੇਰੇ ਤੇ ਬਖਸ਼ਿਸ਼ ਕਰ। ਸਹਿਬ ਆਖਦੇ ਨੇ, ਕਹਿਣ ਲੱਗੇ ਵੇਖੋ, ਮਨ ਮਾਇਆ ਮੈਂ ਰਮ ਰਿਹੋ। ਰਮ ਦਾ ਅਰਥ ਹੁੰਦਾ ਭਿੱਜ ਜਾਣਾ, ਜੁੜ ਜਾਣਾ, ਇੱਕਮਿਕ ਹੋ ਜਾਣਾ। ਮਨ ਜਿਹੜਾ ਮਾਇਆ ਦਾ ਹੀ ਰੂਪ ਬਣ ਗਿਆ ਮੇਰਾ। ਹਰ ਵਕਤ ਹੀ ਗੱਲ ਬਸ ਮਾਇਆ ਦੀ ਹੈ, ਹੰਕਾਰ ਦੀ, ਧੋਖਾ ਦੇਣ ਦੀ, ਬੇਈਮਾਨੀ ਕਰਨ ਦੀ। ਇਹ ਤਸਵੀਰ ਬਣ ਗਈ। ਮੈਂ ਸਤਿਗੁਰੂ ਇਵੇਂ ਨਹੀਂ ਚਾਹੁੰਦਾ। ਸਾਹਿਬ ਆਖਦੇ ਨੇ, ਨਿਕਸਤ ਨਾਹੇ ਨਾ ਮੀਟ। ਮੈਂ ਇੱਕ ਵਾਰੀ ਸ਼ਬਦ ਫਿਰ ਪੜ੍ਹਨਾ ਹੈ, ਇੱਥੇ ਸਾਨੂੰ ਬੜੀ ਜ਼ਰੂਰਤ ਪੈਣੀ ਹੈ। ਨਿਕਸਤ ਨਾਹੇ ਨਾ ਮੀਟ। ਨਿਕਸਤ ਮਾਇਆ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਮੀਤ ਦਾ ਅਰਥ ਹੁੰਦਾ ਮਿੱਤਰ। ਕਿ ਮਿੱਤਰ, ਮੈਂ ਮਾਇਆ ਦੇ ਵਿੱਚ ਇਤਨਾ ਕੁ ਖੱਚਤ ਹੋ ਗਿਆ ਹੈ, ਮੇਰਾ ਮਨ ਇਤਨਾ ਜੁੜ ਗਿਆ ਹੈ, ਮੈਂ ਕੱਢਣਾ ਵੀ ਚਾਹਾਂ ਤੇ ਨਿਕਲਦਾ ਨਹੀਂ ਹੈ। ਬੜੀ ਕੋਸ਼ਿਸ਼ ਕਰਨਾ ਮੈਂ, ਪਰ ਨਿਕਲਦਾ ਨਹੀਂ। ਅਭੇਦ ਹੋ ਗਿਆ ਇੱਕ ਦੂਜੇ ਨੂੰ। ਹੁਣ ਇੱਥੇ ਗੁਰੂ ਦੀ ਲੋੜ ਹੈ। ਮੈਂ ਨਹੀਂ ਕਰ ਸਕਦਾ, ਗੁਰੂ ਕਿਰਪਾ ਕਰ ਸਕਦਾ। ਅਗਲੀ ਪੰਕਤੀ ਵੀ ਨਾਲ ਲੈ ਕੇ ਚੱਲੀਏ, ਕਿਉਂਕਿ ਬਹੁਤਾ ਤੱਤ ਸਾਰ ਅਗਲੀ ਪੰਕਤੀ ਵਿੱਚ ਹੈ। ਇਹ ਮੇਰੀ ਹਾਲਤ ਬਣ ਗਈ। ਮਨ ਮਾਇਆ ਦੇ ਨਾਲ ਜਿਉ ਕੇ ਇਹੋ ਜਿਹਾ ਰੂਪ ਬਣਾ ਲਿਆ ਉਹਨੇ ਮਾਇਆ ਦੇ ਪ੍ਰਭਾਵ ਥੱਲੇ। ਇਹਦੇ ਤੋਂ ਹੁਣ ਰੱਬੀ ਗੁਣ ਗਲ ਗਏ ਤੇ ਸਿਰਫ ਔਗਣ ਰਹਿ ਗਏ। ਛੋਟੀ ਜਿਹੀ ਉਦਾਹਰਨ ਦੇ ਦਿਆਂ, ਚੇਤੇ ਵਿੱਚ ਆ ਗਈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਨੂੰ ਸਮਝਾਉਣ ਵਾਸਤੇ ਇੱਕ ਛੋਟੀ ਜਿਹਾ ਦ੍ਰਿਸ਼ਟਾਂਤ ਦਿੱਤਾ। ਦ੍ਰਿਸ਼ਟਾਂਤ ਬੜਾ ਕੀਮਤੀ ਸੀ। ਇਹ ਤੇ ਆਪ ਨੂੰ ਪਤਾ ਹੋਵੇਗਾ ਵੀ ਜਿਹੜੇ ਨੋਟ ਬਣੇ ਨੇ, ਇਹਨਾਂ ਦੀ ਉਮਰ ਕੋਈ 300 ਸਾਲ ਹੈ, ਕੋਈ ਬਹੁਤੀ ਪੁਰਾਣੀ ਨਹੀਂ। ਪੁਰਾਣੇ ਸਮੇਂ 'ਚ ਸਿੱਕੇ ਹੁੰਦੇ ਸੀ ਸਾਰੇ। ਕੌਡੀ ਦਾ ਬਹੁਤ ਵਾਰੀ ਜ਼ਿਕਰ ਆਉਂਦਾ। ਕੌਡੀ ਜਿਹੜੀ ਉਹ ਚੇਂਜ ਦੀ ਥਾਂ ਤੇ ਵਰਤੀ ਜਾਂਦੀ ਸੀ। ਜਿਵੇਂ ਅੱਜ ਪੈਸੇ ਟੁੱਟੇ ਮਿਲਦੇ ਨੇ ਨਾ, ਉਦੋਂ ਟੁੱਟੇ ਨਹੀਂ ਸੀ ਮਿਲਦੇ, ਉਦੋਂ ਕੌਡੀਆਂ ਮਿਲਦੀਆਂ ਸੀ ਵੀ ਇੱਕ ਕੌਡੀ ਦੀ ਕੀ ਕੀਮਤ ਹੈ। ਉਸ ਹਿਸਾਬ ਨਾਲ ਜੇ 10 ਪੈਸੇ ਦੇਣੇ ਤਾਂ 4 ਕੌਡੀਆਂ ਦੇ ਦਿੱਤੀਆਂ, 5 ਦੇ ਦਿੱਤੀਆਂ, ਇਵੇਂ। ਇਹ ਆਪਣਾ ਪੱਖ ਨਹੀਂ ਅੱਜ ਦਾ, ਮੈਂ ਆਪਣੀ ਗੱਲ ਵੱਲ ਆਵਾਂ। ਪਰ ਸਿੱਕੇ ਹੁੰਦੇ ਸੀ। ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਪੁੱਤ, ਅੱਜ ਜਿਹੜੀ ਮਾਇਆ ਆਈ ਹੈ ਨਾ, ਇਹ ਇਕੱਲਾ ਤੂੰ ਗਿਣਾ, ਹੋਰ ਨਾ ਕੋਈ ਗਿਣੇ। ਠੀਕ ਹੈ। ਉਹ ਹੁਣ ਪੈਸੇ ਗਿਣਦੇ ਨੇ। ਉਹਨਾਂ ਨੇ ਇੱਕ ਛੋਟੀ ਜਿਹੀ ਨਾਲ ਕੱਪੜਾ ਰੱਖਿਆ ਹੋਇਆ, ਟਾਕੀ ਰੱਖੀ ਹੋਈ ਹੈ। ਉਹ ਜਿਉਂ ਪੈਸੇ ਗਿਣਦੇ ਨੇ, ਥੋੜੇ ਬਹੁਤੇ 50-100 ਗਿਣੇ ਸਿੱਕੇ, ਤੇ ਫਿਰ ਉਹ ਹੱਥ ਪੂੰਝ ਲੈਂਦੇ ਨੇ। ਫਿਰ ਉਹ ਗਿਣਦੇ ਨੇ, ਫਿਰ ਹੱਥ ਪੂੰਝ ਲੈਂਦੇ ਨੇ। ਸਤਿਗੁਰੂ ਪੁੱਛਣ ਲੱਗੇ ਵੀ ਕੀ ਗੱਲ ਹੋਈ, ਐਡੀ ਜਲਦੀ ਹੱਥ ਤੇਰੇ ਮਿਲੇ ਹੋ ਜਾਂਦੇ ਨੇ? ਕਹਿੰਦੇ, ਹਾਂ ਸਤਿਗੁਰੂ, ਤੁਸੀਂ ਕਿਹੜਾ ਗਿਣਦੇ ਰਹੇ ਹੋ? ਭਈ ਮੈਨੂੰ ਗਿਣਨਾ ਪੈਂਦਾ ਤੇ ਹੱਥ ਮਿਲੇ ਹੋ ਜਾਂਦੇ, ਕਾਲਖ ਲੱਗ ਜਾਂਦੀ ਇਹਨਾਂ ਨੂੰ। ਸਾਹਿਬ ਕਹਿੰਦੇ ਵੀ ਥੋੜੇ ਜਿਹੇ ਸਿੱਕੇ ਗਿਣਨਾ ਤੇ ਹੱਥ ਕਾਲੇ ਹੋ ਜਾਂਦੇ ਨੇ। ਜਿਹੜਾ ਮਨ 24 ਘੰਟੇ ਚਿੰਤਨ ਵਿੱਚ ਰਹਿੰਦਾ ਤੇ ਉਹਦਾ ਮਨ ਕਿੰਨਾ ਕਾਲਾ ਹੋ ਜਾਂਦਾ ਹੋਵੇਗਾ। ਉਹ ਅੰਦਰੋਂ ਕਿੰਨਾ ਕਾਲਾ ਹੋ ਜਾਂਦਾ ਹੋਵੇਗਾ। ਤੂੰ ਸੋਚਿਆ ਕਦੇ? ਆਪਣੇ ਅੰਦਰ ਨੂੰ ਦੇਖਿਆ ਕਦੇ? ਹੱਥ ਜੋੜ ਬੇਨਤੀ ਕਰਾਂ ਪਿਆਰ ਵਾਲਿਓ, ਆਪਣੇ ਅੰਦਰ ਨੂੰ ਵੀ ਦੇਖੀਏ। ਮਨਾ ਤੇਰੇ ਅੰਦਰ ਚਿੰਤਨ ਕਾਹਦਾ ਚੱਲਦਾ ਹੈ? ਨਾਮ ਲੈਣ ਦਾ ਮਤਲਬ ਨਿਰਾ ਇਹ ਨਹੀਂ ਭਈ ਮੈਂ ਵਾਹਿਗੁਰੂ ਕਹਿ ਲਿਆ। ਵਾਹਿਗੁਰੂ ਕਹਿਣ ਦਾ ਅਰਥ ਹੈ ਮੈਂ ਆਪਣੇ ਅੰਦਰ ਨੂੰ ਵੀ ਦੇਖਾਂ। ਮੇਰੀ ਜ਼ਿੰਦਗੀ ਧੋਖੇਬਾਜ਼ ਵਾਲੀ ਤਾਂ ਨਹੀਂ? ਮੇਰੀਆਂ ਅੱਖਾਂ ਕੀ ਵੇਖਦੀਆਂ ਨੇ? ਕਿਤੇ ਅੱਖੋਂ ਤਾਂ ਵੇਖ ਕੇ ਮੈਲ ਕਮਾਉਂਦਾ ਹੋਵੇ, ਜ਼ਬਾਨੋਂ ਧੀ ਕਹਿੰਦਾ ਹੋਵੇ। ਨਿਕਸਤ ਨਾਹੀ ਨਾ ਮੀਤ, ਨਹੀਂ ਨਿਕਲਦਾ।
विकारां दी दुनिया चो बड़ा कढ़ कढ़ के रखना है, नहीं निकलता सतगुरु मैं की करा। हार गया मैं मन दे के। सतगुरु कर सकता है, सतगुरु कोल बहुत समर्थ है। जिन्हां ने अपने मन मैले कर ले सन, सतगुरु ने किन्ने लोगों के मन जिहड़े ने वो सुधार दिते। आ है गुरु प्यारे, कोई राक्षस है लहू पींदा है, उन्होंने भाई कोटा बना दिता। हुण देखो किड्डी वधिया तस्वीर है उहदी। कोई ठग है, ठगियां मारदा है, जिस दिन उहदी जिंदगी च गुरु प्रवेश कर गया, ते अज मैनू नहीं आस भी जदों भी ये शब्द पढ़िया जाता है, उजल के हाँ चिलकना घोटम कालड़ी मस, धोतियां झूठ ना उतरे जे सो धोमा तिस। जदों भी ये शब्द नूं कोई विचारदा, कोई लिखदा है, तो उहदे नाल, क्योंकि सज्जन की धर्मशाला में उचारे हुए शब्द है, हर बंदा, हर कथा करने वाला, हर इस शब्द नूं पढ़न वाला भाई सज्जन नूं चेता जरूर कर लैंदा है। कितना सोहना मन बना दिता उहदा, गुरु बना दिंदा। गुरु कोल समर्थ है। असी तां इत्थे आउणे आ, तां बैठ के कथा कीर्तन सुनना है। सतगुरु मैं अंदरों चंगा हो जा, मैं अंदरों पवित्र हो जा, मेरा मन जिहड़ा तेरे चरणों विच जुड़ जाए। जिन्हां दा मन शब्द नाल जुड़िया है, कदे उन्हां दियां तस्वीरां भी देखियो जे, उन्हां दियां तस्वीरां किड्डियां खूबसूरत ने, संसार किड्डा मान करदा उन्हां ते। गोबिंद 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 संग नाम दियो मन लीना, आड़ दाम को शीपर होयो लखीना। बोना तन्ना त्याग के प्रीत चरण कबीरा, नीच कुल्ला जुलहरा भयो गुणी गहीरा। रविदास टवंता ढोर नीच तिन त्यागी माया, प्रगट हुआ साध संग हर दर्शन पाया। शैन नाई बुतकारिया ओ घर घर सुनिया, हिरदे बसिया पार ब्रह्म भगता में गणिया। ए बिच सुन के जाट रो उठ भगती लागा, मिले प्रतख गुसाइया धन्ना वड भागा। उन्हां दी तस्वीरां किड्डियां सोहणियां ने। मैं अपने आप नूं कहना, मना जे तेरे कोल बैठिया कोई धी डरदी है ना, तो बहुत मेहनत कर सतगुरु दी, बहुत तरला कर सतगुरु दा। सतगुरु मेरे को कोई डरे ना, उस धी नूं विश्वास होवे ये मेरे बाप वर्गा है। जे कोई भैन मेरे को बैठी डरदी है, तो सतगुरु मेरा मन अजिहा बना भई ओ भैन मान करे भी मैं इस वीर को बैठी है। जे कोई लोड़वंद गरीब आके किसी को बैठता है, तो वह मन डरदा ना होवे भी ये मेरी पत ला देगा। इतना अनुमान होवे भई ये ते मेरे पर्दा कज लेगा, क्योंकि मेरे गुरु का सिख है। छोटी उदाहरण होर दे के फिर अगे तोरांगे गल। गुरु मन सोहने बनाउंदा है। कवि संतोख सिंह वो राजा उदय सिंह दे कोल रहिंदे सी। राजा उदय सिंह बड़ा धर्मी नेक बंदा सी, बहुत चंगा बंदा सी। वो कवि संतोख सिंह की गरीबी नूं देख के उन्होंने अपने को ले गया। अपने को ले जाके ते उन्होंने सारिया सुख सहूलतां दित्तियां। वो लिखदा है, गुरु का जस लिखदा है। एक बारी एक बहुत सियाणा कवि, बड़ा विद्वान सी, वो भी
ਉਹ ਰਾਜਾ ਉਦੈ ਸਿੰਘ ਦੇ ਕੋਲ ਆਇਆ, ਮਿਲਿਆ। ਰਾਜਾ ਉਦੈ ਸਿੰਘ ਨੇ ਬੜਾ ਵਧੀਆ ਉਹਦਾ ਸਤਿਕਾਰ ਕੀਤਾ, ਪਿਆਰ ਕੀਤਾ। ਪੁੱਛਿਆ ਵੀ ਦੱਸੋ ਕਿਵੇਂ ਆਏ ਹੋ। ਹੁਣ ਉਹ ਕਵੀ ਗੱਲ ਦੱਸਦਾ ਹੈ, ਕਹਿਣ ਲੱਗਿਆ ਵੀ ਮੈਂ ਤਾਂ ਆਇਆ ਤੁਹਾਡੇ ਕੋਲ ਵੀ ਤੁਸੀਂ ਜਿਹੜੇ ਰਾਜੇ ਮਹਾਰਾਜੇ ਹੁੰਦੇ ਹੋ ਨਾ, ਇਹ ਤੁਸੀਂ ਕੰਨਾਂ ਦੇ ਬੜੇ ਕੱਚੇ ਹੁੰਦੇ ਹੋ, ਸਿਰਫ ਆਪਣੀ ਤਾਰੀਫ ਸੁਣਨੀ ਚਾਹੁੰਦੇ ਹੋ। ਤੁਸੀਂ ਇੱਕੋ ਹੀ ਕਵੀ ਰੱਖਿਆ ਹੋਇਆ, ਕਿ ਹੋਰ ਕਿਸੇ ਕਵੀ ਨੂੰ ਵੀ ਸਮਾਂ ਦਿਓ ਤਾਂ ਕਿ ਉਹ ਵੀ ਤੁਹਾਨੂੰ ਸੱਚ ਸੁਣਾ ਸਕੇ। ਹੋਰ ਕੋਈ ਤੁਹਾਡੇ ਦਰਬਾਰ 'ਚ ਤਾਂ ਆਸੇ ਪਾਸੇ ਦੁਨੀਆ 'ਚ ਕੋਈ ਵਿਦਵਾਨ ਹੈ ਹੀ ਨਹੀਂ। ਰਾਜੇ ਨੂੰ ਵੀ ਗੱਲ ਚੁਭੀ ਵੀ ਵਾਕਈ ਗੱਲ ਠੀਕ ਹੈ, ਮੈਂ ਇੱਕੋ ਹੀ ਕਵੀ ਸੰਤੋਖ ਸਿੰਘ ਨੂੰ ਰੱਖਿਆ ਹੋਇਆ ਤੇ ਕਿਸੇ ਹੋਰ ਨੂੰ ਵੀ ਮੌਕਾ ਦੇਣਾ ਚਾਹੀਦਾ। ਤੇ ਉਹਨੇ ਉਹਨੂੰ ਬੁਲਾ ਲਿਆ। ਉਹਨੇ ਕਿਹਾ ਵੀ ਠੀਕ ਹੈ, ਵੀ ਤੁਸੀਂ ਬਹੁਤ ਵਿਦਵਾਨ ਹੋ, ਦੇਖੋ ਤੁਹਾਡੀ ਵਿਦਵਤਾ ਨੂੰ ਮੈਂ ਤੇ ਪਰਖ ਨਹੀਂ ਸਕਦਾ, ਮੇਰੇ ਕੋਲ ਕੋਈ ਪੈਮਾਨਾ ਨਹੀਂ ਹੈ, ਪਰ ਮੈਂ ਇਹ ਕਰ ਸਕਦਾ ਵੀ ਕਵੀ ਸੰਤੋਖ ਸਿੰਘ ਦੇ ਨਾਲ ਤੁਸੀਂ ਬੈਠੋ, ਦੋਵੇਂ ਜਣੇ ਵਿਚਾਰ ਚਰਚਾ ਕਰੋ, ਤੇ ਜਿਹੜਾ ਬੰਦਾ ਜਿੱਤ ਗਿਆ ਉਹਦੀ ਕੰਟੀਨਿਊ ਹੋ ਜਾਏਗੀ। ਉਹ ਕਹਿੰਦੀ ਠੀਕ ਹੈ। ਦੂਜੇ ਦਿਨ ਵਾਸਤੇ ਕਵੀ ਸੰਤੋਖ ਸਿੰਘ ਨੂੰ ਸੁਨੇਹਾ ਭੇਜਿਆ ਕਿ ਕੱਲ੍ਹ ਦਰਬਾਰ 'ਚ ਇੱਕ ਕਵੀ ਆਇਆ ਬੜਾ ਸਿਆਣਾ, ਤੇ ਉਹਨੇ ਚਰਚਾ ਕਰਨੀ ਹੈ, ਤੁਸੀਂ ਕੱਲ੍ਹ ਆਇਓ। ਕਵੀ ਸੰਤੋਖ ਸਿੰਘ ਨੂੰ ਸੁਨੇਹਾ ਮਿਲ ਗਿਆ ਤੇ ਉਹ ਤਿਆਰ ਹੋਏ। ਇੱਕ ਕੀਮਤੀ ਦੁਸ਼ਾਲਾ, ਦੁਸ਼ਾਲਾ ਮਤਲਬ ਸ਼ਾਲ ਟਾਈਪ, ਤੇ 25 ਰੁਪਈਏ, 2 ਸੋਨੇ ਦੇ ਕੜੇ, ਇਹ ਲੈ ਕੇ ਰਾਤ ਨੂੰ ਹੀ, ਚਰਚਾ ਸਵੇਰੇ ਹੋਣੀ ਹੈ ਜੀ, ਰਾਤ ਨੂੰ ਹੀ ਉਸ ਵਿਦਵਾਨ ਦੀ ਰਹਿਸ਼ ਤੇ ਚਲੇ ਗਏ ਜਿੱਥੇ ਰਾਜਾ ਉਦੈ ਸਿੰਘ ਨੇ ਉਹਨੂੰ ਠਹਿਰਾਇਆ ਸੀ। ਹੱਥ ਜੋੜੇ, ਕਹਿੰਦੇ ਤੁਸੀਂ ਤਾਂ ਬਹੁਤ ਵਿਦਵਾਨ ਹੋ, ਦੇਖੋ ਮੈਂ ਤਾਂ ਮਾਮੂਲੀ ਬੰਦਾ ਹੈ, ਇਹ ਪਰ ਮੈਂ ਇੱਕ ਬੇਨਤੀ ਕਰਾਂ, ਭਈ ਮੇਰਾ ਸੋਹਣਾ ਸਿਲਸਿਲਾ ਬਣਿਆ ਹੋਇਆ, ਤੁਸੀਂ ਕਾਹਨੂੰ ਬਰਬਾਦ ਕਰਨ ਲੱਗੇ ਹੋ। ਇਹ ਆ ਲਓ 2 ਸੋਨੇ ਦੇ ਕੜੇ, ਤੇ ਆ ਇੱਕ ਦੁਸ਼ਾਲਾ, ਤੇ 25 ਰੁਪਈਏ, ਇਹ ਤੁਹਾਡੇ ਸਤਿਕਾਰ ਵਿੱਚ ਨੇ, ਤੁਸੀਂ ਜਿੱਤ ਗਏ, ਮੈਂ ਹਾਰ ਗਿਆ, ਮੈਂ ਅੱਜ ਹੀ ਮੰਨ ਲੈਣਾ। ਉਹ ਕਹਿੰਦਾ ਵੀ ਕਮਾਲ ਹੈ, ਕਮਾਲ ਹੈ, ਮੈਂ ਬੜੀ ਚਰਚਾ ਸੁਣੀ ਸੀ, ਇਹ ਤੇ ਬੜੀ ਜਲਦੀ ਥਿੜਕ ਗਿਆ। ਹੰਕਾਰੀ ਬੰਦਾ ਸਮਝਣ ਦੀ ਬਜਾਏ ਹਰ ਗੱਲ 'ਚੋਂ ਇੱਕ ਉਲਟਾ ਰਸ ਲੈ ਲੈਂਦਾ ਹੈ। ਹੁਣ ਉਹ ਦੂਜੇ ਦਿਨ ਗਿਆ ਤੇ ਜਾ ਕੇ ਤਿਆਰ ਹੋ ਕੇ ਦਰਬਾਰ 'ਚ ਬੈਠ ਗਿਆ। ਰਾਜਾ ਉਦੈ ਸਿੰਘ ਵੀ ਬੈਠ ਗਿਆ। ਕਵੀ ਸੰਤੋਖ ਸਿੰਘ ਵਾਲੀ ਕੁਰਸੀ ਖਾਲੀ ਪਈ ਹੈ, ਉਹ ਨਹੀਂ ਆਏ। ਉਹ ਹੱਥ ਖੜਖੜਾ ਕੇ ਕਹਿਣ ਲੱਗਿਆ, ਹੋਣਾ ਨਹੀਂ ਹੋਣਾ। ਕਹਿੰਦੇ ਕਿਉਂ, ਸਿਹਤ ਨਹੀਂ ਠੀਕ? ਕਹਿੰਦੇ ਨਹੀਂ ਨਹੀਂ, ਇਹ ਗੱਲ ਨਹੀਂ ਹੈ। ਉਹ ਤੇ ਰਾਤੀ ਆ ਦੇਖੋ, ਇੱਕ ਦੁਸ਼ਾਲਾ, 25 ਦਮੜੇ ਤੇ 2 ਸੋਨੇ ਦੇ ਕੜੇ ਦੇ ਕੇ ਗਿਆ, ਵੀ ਮੈਂ ਹਾਰ ਗਿਆ, ਤੁਸੀਂ ਨਾ ਦਰਬਾਰ 'ਚ ਜਾਇਓ। ਉਹ ਤੇ ਬੜੇ ਤਰਲੇ ਕਰਦਾ ਸੀ। ਉਹ ਬੜੇ ਹੈਰਾਨ ਹੋਏ, ਕਹਿੰਦੇ ਕਮਾਲ ਹੈ ਵੀ ਜੇ ਨਹੀਂ ਸੀ ਚਰਚਾ ਕਰਨੀ ਕਵੀ ਸੰਤੋਖ ਸਿੰਘ ਜੀ, ਤੁਸੀਂ ਮੈਨੂੰ ਕਹਿ ਦਿੰਦੇ, ਰਾਜੇ ਨੂੰ ਕਹਿ ਦਿੰਦੇ ਵੀ ਨਹੀਂ ਚਰਚਾ ਕਰਨੀ, ਮੈਂ ਨਾ ਰੱਖਦਾ ਤਾਂ ਕੀ ਹੋਇਆ। ਇਹ ਤੇ ਰਾਜ ਦਰਬਾਰ ਦੀ ਤੁਹੀਨ ਹੈ। ਬੁਲਾਓ ਕਵੀ ਸੰਤੋਖ ਸਿੰਘ ਨੂੰ। ਹੁਣ ਤੇ ਬੁਲਾ ਲਿਆ, ਹੁਣ ਆਪਣੀ ਕੁਰਸੀ ਤੇ ਬੈਠੇ ਨੇ। ਉਹ ਕਹਿਣ ਲੱਗੀ ਵੀ ਤੁਹਾਨੂੰ ਚਰਚਾ ਕਰਨੀ ਪੈਣੀ। ਕਹਿੰਦੇ ਚਲੋ ਜੋ ਤੁਹਾਡਾ ਹੁਕਮ ਹੈ। ਫਿਰ ਉਹ ਵਿਦਵਾਨ ਨੂੰ ਕਹਿਣ ਲੱਗੇ ਵੀ ਸ਼ਰਣਾ ਸਵਾਲ ਕਰ, ਬਾਹਰੋਂ ਤੁਸੀਂ ਆਏ ਹੋ, ਤੁਹਾਡੇ ਕੋਈ ਸਵਾਲ ਹੋਣਗੇ, ਮੇਰੇ ਤਾਂ ਕੋਈ ਸਵਾਲ ਨਹੀਂ ਸੀ, ਮੈਂ ਤਾਂ ਬੜਾ ਸੋਹਣਾ ਸੀ। ਉਹ ਸਵਾਲ ਕਰਦਾ ਤੇ ਕਵੀ ਸੰਤੋਖ ਸਿੰਘ ਉਹਨੂੰ ਨਾਲ ਦੀ ਨਾਲ ਕਵਿਤਾ 'ਚ ਜਵਾਬ ਦਿੰਦਾ, ਤੇ ਕਵਿਤਾ ਦੀ ਸ਼ਬਦਾਵਲੀ ਵੀ ਕਮਾਲ ਦੀ ਹੈ। ਗਿਆਨੀ ਡਾਕਟਰ ਗੰਡਾ ਸਿੰਘ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਆਮ ਲੋਕ ਧਰਤੀ ਤੇ ਜਿਉਂਦੇ ਨੇ, ਉਹਨਾਂ ਕੋਲ ਧਰਤੀ ਦੀ ਸ਼ਬਦਾਵਲੀ ਹੁੰਦੀ ਹੈ। ਕਵੀ ਬੜੀਆਂ ਉੱਚੀਆਂ ਉਡਾਰੀਆਂ ਵਿੱਚ ਜਿਉਂਦਾ, ਉਹਦੇ ਕੋਲ ਅਰਸ਼ੀ ਗਿਆਨ ਹੁੰਦਾ ਹੈ। ਤੇ ਉਹਨੇ ਏਡੀ ਕਮਾਲ ਦੀ ਸ਼ਬਦਾਵਲੀ ਬਣਾ ਕੇ ਉਹਨੂੰ ਨਾਲ ਦੀ ਨਾਲ ਕਵਿਤਾ ਦੇ ਵਿੱਚ ਜਵਾਬ ਦੇਵੇ। ਉਹ ਬੰਦੇ ਨੇ 2-4 ਸੁਣੇ ਤੇ ਉੱਠ ਕੇ ਆ ਗਿਆ, ਪੈਰੀ ਹੱਥ ਲਾਇਆ। ਉਹ ਕਵੀ ਸੰਤੋਖ ਸਿੰਘਾ, ਤੂੰ ਏਡਾ ਵਿਦਵਾਨ,
ਤੇ ਰਾਤ ਦਾ ਕਿਉਂ ਡਰਦਾ ਫਿਰਨਾ? ਤੈਨੂੰ ਤਾਂ ਮੇਰੀਆਂ ਦੋ ਗੱਲਾਂ 'ਚੋਂ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਕਿੰਨੇ ਕੁ ਪਾਣੀਆਂ 'ਚ ਮੈਂ। ਰਾਤ ਦਾ ਕਿਉਂ ਡਰਦਾ ਫਿਰਦਾ ਸੀ? ਤੇਰੇ ਮੁਕਾਬਲੇ ਵਿੱਚ ਜੋ ਮੈਨੂੰ ਅੱਜ ਮਹਿਸੂਸ ਹੁੰਦਾ ਹੈ, ਮੈਂ ਤੇਰੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦਾ। ਕਵੀ ਸੰਤੋਖ ਸਿੰਘ ਦੀ ਅੱਖਾਂ 'ਚ ਪਾਣੀ ਆ ਗਿਆ, ਭਿੱਜ ਗਿਆ ਆਪਣੇ ਗੁਰੂ ਦੇ ਪਿਆਰ ਵਿੱਚ। ਕਹਿੰਦਾ ਸੱਜਣਾ, ਮੇਰਾ ਗੁਰੂ ਕਹਿੰਦਾ ਵੀ ਕਿਸੇ ਦਾ ਪਰਦਾ ਕੱਜ ਲੈ, ਹੋਡੀ ਨਾ, ਕਿਸੇ ਦਾ ਪਰਦਾ ਕੱਜ ਲੈ। ਜੇ ਤੈਨੂੰ 4 ਅੱਖਰ ਦਿੱਤੇ ਨੇ ਗਿਆਨ ਦੇ, ਇਹਦੇ ਨਾਲ ਪਰਦਾ ਕੱਜ ਲੈ। ਮੈਂ ਰਾਤ ਪਰਦਾ ਕੱਜਦਾ ਸੀ, ਮੈਂ ਚਾਹੁੰਦਾ ਸੀ ਤੇਰਾ ਦਰਬਾਰ 'ਚ ਪਰਦਾ ਨਾ ਫਾਸ਼ ਹੋਵੇ, ਨਾ ਗੱਲ ਪਤਾ ਲੱਗੇ। ਮੈਂ ਤਾਂ ਤੇਰੇ ਤਰਲੇ ਕਰਦਾ ਸਾਂ, ਪਰ ਹੁਣ ਤੂੰ ਮੰਨਿਆ ਹੀ ਨਹੀਂ। ਮੈਂ ਬੜਾ ਤੇਰਾ ਸਮਝਾਇਆ ਤੇ ਅੱਜ ਭਰੇ ਦਰਬਾਰ ਵਿੱਚ ਤੈਨੂੰ ਸਹਿਣਾ ਪਿਆ। ਮੇਰਾ ਗੁਰੂ ਕਹਿੰਦਾ, ਮੇਰਾ ਗੁਰੂ ਪਰਦੇ ਕੱਜਦਾ ਤੇ ਉਹਨੇ ਮੈਨੂੰ ਵੀ ਪਰਦੇ ਕੱਜਣੇ ਸਿਖਾਇਆ। ਹੁਣ ਉਹ ਵਿਦਵਾਨ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਧੰਨ ਹੈ ਤੇਰਾ ਗੁਰੂ, ਇਹ ਧੰਨ ਹੈ ਸੱਜਣਾ ਤੂੰ ਜਿਹੜਾ ਇਹ ਸਮਝਦਾ ਹੈ ਗੱਲ। ਮੈਂ ਹੱਥ ਜੋੜ ਬੇਨਤੀ ਕਰਾਂ ਪਿਆਰ ਵਾਲਿਓ, ਗੁਰੂ ਕੋਲ ਇਹ ਬਹੁਤ ਵੱਡੀ ਦਾਤ ਹੈ, ਸਾਡੇ ਮਨ ਦੀ ਖੂਬਸੂਰਤੀ ਪੈਦਾ ਕਰਨ ਵਾਲੀ। ਮਨ ਮਾਇਆ ਮੈਂ ਰਮ ਰਿਹੋ, ਤਾਂ ਗੁਰੂ ਕੋਲ ਆਉਨੇ ਹੈ। ਹਰ ਰੋਜ਼ ਗੁਰੂ ਕੋਲ ਆਈਏ, ਹਰ ਰੋਜ਼ ਗੁਰੂ ਕੋਲ ਆਈਏ। ਗੁਰੂ ਇੰਨੀ ਗੁਣਾਂ ਦੀ ਦਾਤ ਦੇ ਦੇਗਾ ਜਿਨ੍ਹਾਂ ਦੀਆਂ ਤਸਵੀਰਾਂ ਸੋਹਣੀਆਂ ਬਣ ਗਈਆਂ। ਅੱਜ ਦੇਖੋ, ਮੈਂ ਬਹੁਤ ਵਾਰੀ ਅਰਜ਼ ਕਰਨਾ, ਤੁਸੀਂ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਦੀ ਕਦੇ ਪੱਗ ਦੇਖਿਓ, ਕਿਹੋ ਜਿਹੀ ਉਲਝੀ ਪਈ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਉਹਨਾਂ ਕਦੇ ਸ਼ੀਸ਼ੇ 'ਚ ਨੂੰ ਪੱਗ ਬੰਨੀ ਹੋਵੇ, ਪਰ ਉਹਦੀ ਉਲਝੀ ਹੋਈ ਪੱਗ ਵੀ ਅੱਜ ਦੀ ਤਸਵੀਰ ਨੂੰ ਲੋਕ ਸਿਜਦੇ ਕਰਦੇ ਨੇ। ਉਹ ਤੂੰ ਅੰਦਰੋਂ ਕਿੱਡਾ ਸੋਹਣਾ ਹੈ। ਸ਼ਾਇਦ ਸਾਡੇ ਵਾਂਗੂ ਨੇ ਹੱਥ ਨਾ ਧੋਤੇ ਹੋਣ। ਕਦੇ ਪੜ੍ਹਿਓ ਉਹਦਾ ਇਤਿਹਾਸ, ਜਦੋਂ ਲੋਕ 1947 ਵਿੱਚ ਇੰਡੀਆ 'ਚ ਆਏ ਤੇ ਕਿਸੇ ਨੇ ਕੋਈ ਸੇਵਾ ਲੈ ਲਈ, ਕਿਸੇ ਨੇ ਕੋਈ ਸੇਵਾ ਲੈ ਲਈ। ਉਹਨਾਂ ਦਿਨਾਂ ਵਿੱਚ ਖਾਣ ਪੀਣ ਦਾ ਪ੍ਰਬੰਧ ਚੰਗਾ ਨਹੀਂ ਸੀ ਤੇ ਬਹੁਤ ਲਾਸ਼ਾਂ ਦੇ ਕਾਰਨ ਲੋਕਾਂ ਨੂੰ ਇਨਫੈਕਸ਼ਨ ਹੋ ਗਏ ਸਨ ਤੇ ਲੋਕਾਂ ਦੀ ਗੰਦਗੀ ਵਾਲੇ ਕੱਪੜੇ ਕੋਈ ਨਹੀਂ ਸੀ ਧੋਂਦਾ। ਕਈ ਬੰਦੇ ਬਿਸਤਰ ਤੇ ਪਏ ਐ, ਉਹਨਾਂ ਦੇ ਨਾਲ ਦੇ ਚੜ੍ਹਾਈ ਕਰ ਗਏ, ਰਾਹ ਦੇ ਵਿੱਚ ਮਾਰ ਦਿੱਤੇ ਗਏ। ਉਹ ਇਕੱਲਾ ਪਿਆ ਤੇ ਉਹਨੂੰ ਦਸਤ ਲੱਗੇ ਹੋਏ ਨੇ, ਲੂਜ਼ ਮੋਸ਼ਨ ਲੱਗੇ ਹੋਏ ਨੇ ਤੇ ਉਹ ਵਿਚਾਰਾ ਆਪਣੇ ਕੱਪੜੇ ਧੋ ਨਹੀਂ ਸਕਦਾ। ਉਹ ਕੱਪੜਿਆਂ ਨੂੰ ਮੈਲੇ ਕਰ ਦਿੰਦਾ। ਤੇ ਭਗਤ ਪੂਰਨ ਸਿੰਘ ਨੇ ਇਹ ਸੇਵਾ ਲਈ ਸੀ। ਉਹ ਕਿਸੇ ਨੇ ਖਾਣ ਦੀ, ਕਿਸੇ ਨੇ ਰਹਿਣ ਦੀ ਕੋਈ ਸੇਵਾ ਲੈ ਲਈ। ਮੈਨੂੰ ਆਹ ਸੇਵਾ ਦੇ ਦਿਓ, ਮੈਂ ਲੋਕਾਂ ਦੀ ਗੰਦਗੀ ਸਾਫ਼ ਕਰਕੇ ਉਹਨਾਂ ਦੇ ਕੱਪੜੇ ਲਿਆ ਦਿਆਂ। ਉਹ ਲੋਕਾਂ ਦੀ ਗੰਦਗੀ ਧੋ ਕੇ ਵੀ ਕਿੱਡਾ ਸੋਹਣਾ ਹੈ, ਕਿਉਂਕਿ ਅੰਦਰਲੀ ਤਸਵੀਰ ਕੀ ਹੈ। ਮੁੱਲ ਇਸ ਗੱਲ ਦਾ ਪੈਣਾ ਸੱਜਣਾ, ਮਨ ਮਾਇਆ ਮੈਂ ਰਮ ਰਿਹੋ, ਨਿਕਸਤ ਨਾਹੀ ਨ ਮੀਤ। ਨਾਨਕ ਮੂਰਤ ਚਿੱਤਰ ਜਿਉ। ਇਹ ਉਦਾਹਰਨ ਨੂੰ ਸਮਝਣ ਦੀ ਬਹੁਤ ਲੋੜ ਹੈ। ਉਹ ਕਿਹੋ ਜਿਹੇ ਲੋਕ ਨੇ? ਨਾਨਕ ਮੂਰਤ ਚਿੱਤਰ ਜਿਉ, ਛਾੜਤ ਨਾਹਿ ਨ ਭੀਟ। ਮੂਰਤ, ਮੂਰਤੀ ਨੂੰ ਕਹਿੰਦੇ ਨੇ, ਤਸਵੀਰ ਨੂੰ ਕਹਿੰਦੇ ਨੇ। ਚਿੱਤਰ ਦਾ ਅਰਥ ਹੈ ਚਿਤਰੀ ਹੋਈ। ਚਿੱਤਰ ਦਾ ਅਰਥ ਹੈ ਤਸਵੀਰ ਨਹੀਂ ਹੈ। ਕੋਈ ਮਨੁੱਖ ਕਿਸੇ ਕੰਧ ਤੇ ਤਸਵੀਰ ਚਿੱਤਰ ਦੇਵੇ। ਤੁਸੀਂ ਦੇਖਿਆ ਹੋਏਗਾ ਕਈ ਪੇਂਟਿੰਗ ਕਰਨ ਵਾਲੇ ਕੰਧ ਤੇ ਤਸਵੀਰ ਬਣਾ ਦਿੰਦੇ ਨੇ। ਇੱਕ ਤਸਵੀਰ ਉਹ ਹੁੰਦੀ ਹੈ ਜਿਹੜੀ ਵੱਖਰੀ ਪੇਪਰ 'ਤੇ ਬਣੀ ਹੋਈ ਹੈ, ਉਹਨੂੰ ਫਰੇਮ ਕੀਤਾ ਹੋਇਆ। ਉਹ ਤਸਵੀਰ ਦੀ ਕੋਈ ਮੁਸ਼ਕਲ ਨਹੀਂ, ਉਹਨੂੰ ਜਦ ਮਰਜੀ ਲਾ ਲਓ, ਜਦ ਮਰਜੀ ਲਾ ਲਓ। ਤੁਸੀਂ ਕੰਧ ਚੇਂਜ ਕਰਨੀ, ਬਦਲਣੀ ਹੈ, ਇਹ ਕੰਧ 'ਤੇ ਲਾਈ ਕਰ ਲਓ, ਉਸ ਕੰਧ 'ਤੇ ਲਾ ਲਓ, ਕੋਈ ਮੁਸ਼ਕਲ ਨਹੀਂ। ਨਾ ਪਿੱਛੋਂ ਕੰਧ ਖਰਾਬ ਹੋਈ ਤੇ ਨਾ ਉਹ ਤਸਵੀਰ ਖਰਾਬ ਹੋਈ, ਉਹ ਫਰੇਮ 'ਚ ਹੈ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂ ਦੀ ਮਰਿਆਦਾ ਰੂਪ ਫਰੇਮ ਵਿੱਚ ਗੁਜ਼ਾਰੀ, ਉਹ ਉਸ ਤਸਵੀਰ ਵਰਗੇ ਨੇ। ਹੈ ਉਹ ਵੀ ਤਸਵੀਰ ਹੈ,
एक मैं होर बेनती कर दिया, शायद कई बार कोई गल भुल भी सकती है, शायद 13वां श्लोक है गुरु तेग बहादुर साहब जी का ही, भी सतगुरु जिक्र करते हैं, सुख दुख जे परसै नहीं, लोभ मोह अभिमान, कौ नानक सुन रे मना, सो मूरत भगवान। कहते रब की मूर्ति यही जी होंगी है, वो रहिंदा रब साढ़े सारियां च है, पर वो तस्वीर थोड़ा मैली करता अपनी, साढ़े च रह के भी साड़ी गंदगी तो बचिया होया। धर्मी बंदा वो जो रहिंदा संसार विच है, संसार विच रहिंदा होया भी संसार के औगणा नूं अपने अंदर नहीं जान दिंदा। आह वाली तस्वीर ये धर्मी मनुख की गुरु मर्यादा विच, गुरु बचना विच, गुरु के अनुसार ही होकर जीवन वाला बंदा वो इवें दा समझ लो भी जिवें एक फोटो जिहड़ी है ना, वो तस्वीर जिहड़ी है वो फ्रेम करवाई हुई है, उन्होंने ए कंध ते ला लो, उन्होंने वो कंध ते ला लो, ना तस्वीर बिगड़ी ना कंध बिगड़ी। पर जिन्हां लोगों ने अपना मन विकारां की दुनिया च, माया की दुनिया च इन्ना गंदा कर लिया, हुण जी कीता जी तस्वीर ला दीए क्योंकि गंदी बहुत होगी। ये बड़ी मुश्किल ये है भी जदों तस्वीर लाने की कोशिश करने तो कंध विच ही उकरी हुई है, वो कंध भी मैली हो रही है। जे रखने हैं तो भी कंध मैली लगती है, नहीं रखते तो भी कंध खराब होंगी। दुनिया च किन्ने लोग आके चले गए संसार विच, वो अपनी तस्वीर भी मैली कर गए, पर जदों वो दुनिया तो चले गए संसार की कंध नूं भी एडा मैला करके चले गए। रोज पढ़ते हो हरनाकश दुष्ट हर मारिया, कितनी वधिया जीवन जीवन की जाच सिखा रहे हैं सतगुरु। अंदर झात मार के देख कि तेरी तस्वीर संसार विच रहन योग है। और मैं बेनती करा, मैं तुहाडियां नज़रां च बड़ा धर्मी हो सकना, पर मैं तो अपना आप तो अपने आप को किसी को भी नहीं छुपाया जा सकता। हर तरह का पर्दा हो सकता है, कोई पर्दा जिहड़ा बनिया ही नहीं अजे तक मेरी सोच मुताबक, जो मैनू पता लगता है भी जिहड़ा अपने आप से पर्दा पा सके। मैनू है मैं अपने आप तो अपने आप को लुको लवां, ऐसा नहीं हो सकता। दुनिया तो लुको सकना, तो हजूर अज कृपा करते ने, नानक मूर्त चित्र दियो, मन माया में रम रहो। मन माया विच इवें गरकिया पिया है जिवें कंध ते बनी तस्वीर है। तस्वीर नूं रख लवां तां भी कंध मैली, जे तस्वीर नूं उतार दियां उहदे पिछे भी दागे ने, उतरती नहीं, जब छिल छिल के तारांगे तो कंध ते मैली हो जानी है। जिन्हां ने जिउंदियां भी जिंदगी मनुखता कलंकित की, जिन्हां दे जाण तो बाद भी अज लोग उन्होंने एक हथियारे, एक पापी वांगू जानते हैं, डरते हैं उन्होंने दियां तस्वीरां तो। अज भी लोग कह देंगे ने कतल होया भी ये तो नादर शाही है, ये तो हिटलर वर्गा लगता है, ये चंगेज खां वर्गा लगता है, जिन्होंने इन्ने भैड़े कानून बनाए। किन्ने लोग ने संसार अंदर, किन्नियां तस्वीरां ने जिन्हां तो डर लगता है संसार नूं मैला करके। साडे कोल वक्त है, आओ प्यारियो आओ, बहुता वक्त ना लाइए, यू टर्न मार लिए, बदलिए अपने आप। दुनिया तो जान तो पहला मैं एक चंगा इंसान बन चुका हूँ। गुरु अगे बेनती करिए, मैं बहुत बारी शब्द दोहराना, सतगुरु को बड़ी वड्डी ताकत है। जिन मानस ते देवते किए करत ना लागी बाहर, उहदे लई कोई वड्डी गल नहीं। क्या हंस क्या बगला जा को नदर करे, जे तिस भावै नानका कागो हंस करे। वो कर सकदा है, वो कर सकदा है। नानक मूर्त चित्र ज्यों छाड़त नाहिन पीत।
ਇਹ ਗੱਲਾਂ ਮੇਰੇ ਤੇ ਵੀ ਲਾਗੂ ਹੁੰਦੀਆਂ ਨੇ, ਹਰ ਬੰਦਾ ਜਿਹੜਾ ਵੀ ਸੋਚੇਗਾ ਉਹ ਤੇ ਲਾਗੂ ਹੁੰਦੀਆਂ ਨੇ। ਮਨਾ ਤੇਰੀ ਤਸਵੀਰ ਵਿਕਾਰਾਂ ਦੇ ਅਧੀਨ, ਕਿਤੇ ਮਾਇਆ ਦੇ ਅਧੀਨ, ਇਤਨੀ ਮਲੀਨ ਤਾਂ ਨਹੀਂ ਉਹਨੂੰ ਦੇਖ ਕੇ ਡਰ ਲੱਗਦਾ ਹੋਵੇ। ਇਹੋ ਜੀ ਗੁਰੂ ਪਿਆਰ ਵਿੱਚ ਤਸਵੀਰ ਬਣਾ, ਜਿੰਨਾ ਚਿਰ ਲਟਕ ਰਹੀ ਉਨਾ ਚਿਰ ਵੀ ਸੋਹਣੀ ਲੱਗੇ, ਜੇ ਲਾ ਦੇ ਤੇ ਫਿਰ ਵੀ ਕੰਧ ਸੋਹਣੀ ਲੱਗੇ, ਫਿਰ ਵੀ ਸੰਸਾਰ ਮਾਣ ਕਰੇ। ਗੁਰੂ ਕਿਰਪਾ ਕਰੇ, ਸਾਨੂੰ ਜੀਵਨ ਜੁਗਤ ਆ ਜਾਏ। ਧਨ ਦੌਲਤ ਵਿੱਚ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਆਪਣਾ ਮਨ ਇਹੋ ਜਿਹਾ ਬਣਾਈਏ, ਇਸ ਮਨ ਵਿੱਚੋਂ ਭੈੜੀਆਂ ਮਾੜੀਆਂ ਚੀਜ਼ਾਂ ਪ੍ਰਗਟ ਨਾ ਹੋਣ। ਇਸ ਮਨ ਵਿੱਚੋਂ ਗੁਰੂ ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਕੀ ਵਾਰ ਗੁਰਬਾਣੀ ਅੰਦਰੋਂ ਨਿਕਲਦੀ ਹੋਵੇ, ਗੁਰਬਾਣੀ ਅੰਦਰੋਂ ਦਿਸਦੀ ਹੋਵੇ, ਪ੍ਰਗਟ ਮਹਿਸੂਸ ਹੁੰਦੀ ਹੋਵੇ। ਇੰਨੀਆਂ ਬੇਨਤੀਆਂ ਕਬੂਲ। ਭੁੱਲਾ ਨਾ ਚਤਾਰਦੇ ਹੋਏ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।